ਮੇਰੀ ਪਤਨੀ ਇੱਕ ਡਾਕਟਰ ਸੀ। ਇੱਕ ਆਦਮੀ ਸਾਡੇ ਘਰ ਹਰ ਦੂਸਰੇ ਦਿਨ ਆਉਂਦਾ ਤੇ ਕਹਿੰਦਾ ਕਿ ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਹੈ। ਉਹ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਜਾਂਦਾ। ਮੇਰੀ ਪਤਨੀ ਸਾਰੀ ਰਾਤ ਉੱਥੇ ਰਹਿੰਦੀ ਤੇ ਸਵੇਰੇ ਵਾਪਸ ਆਉਂਦੀ। ਇੱਕ ਦਿਨ ਮੈਂ ਆਪਣੀ ਪਤਨੀ ਦਾ ਪਿੱਛਾ ਕੀਤਾ। ਫਿਰ ਜੋ ਮੈਂ ਕਮਰੇ ਵਿੱਚ ਦੇਖਿਆ, ਮੇਰੀ ਤਾਂ ਰੂਹ ਕੰਬ ਗਈ, ਕਿਉਂਕਿ ਮੇਰੀ ਪਤਨੀ ਤਾਂ ਉਸ ਆਦਮੀ ਦੀ। ਇਹ ਸਿਲਸਿਲਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਸੀ। ਪਹਿਲਾਂ ਤਾਂ ਮੈਂ ਇਹ ਸੋਚ ਕੇ ਨਜ਼ਰਅੰਦਾਜ਼ ਕਰ ਰਿਹਾ ਸੀ ਕਿ ਇੱਕ ਡਾਕਟਰ ਹੋਣ ਦੇ ਨਾਤੇ ਮੇਰੀ ਪਤਨੀ ਦਾ ਫਰਜ਼ ਹੈ ਕਿ ਉਹ ਮਰੀਜ਼ ਦਾ ਖਿਆਲ ਰੱਖੇ, ਪਰ ਹੁਣ ਇਹ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ, ਕਿਉਂਕਿ ਮੈਨੂੰ ਕਿਤੇ ਨਾ ਕਿਤੇ ਕੁਝ ਗਲਤ ਹੋਣ ਦਾ ਅਹਿਸਾਸ ਹੋ ਰਿਹਾ ਸੀ। ਮੈਂ ਆਪਣੀ ਪਤਨੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ, ਪਰ ਉਸ ਦਾ ਸਖਤ ਲਹਿਜਾ ਦੇਖ ਕੇ ਚੁੱਪ ਕਰ ਜਾਂਦਾ। ਸਵੇਰੇ ਸਵੇਰੇ ਉਹ ਆਦਮੀ ਫਿਰ ਆ ਗਿਆ। ਮੈਂ ਉਸਨੂੰ ਪੁੱਛਿਆ ਕਿ ਉਸਦੀ ਮਾਂ ਦੀ ਤਬੀਅਤ ਕਿਵੇਂ ਹੈ, ਤਾਂ ਉਹ ਕਹਿਣ ਲੱਗਾ ਕਿ ਇਸ ਲਈ ਤਾਂ ਦੁਬਾਰਾ ਇੱਥੇ ਆਇਆ ਹਾਂ ਕਿਉਂਕਿ ਮਾਂ ਦੀ ਤਬੀਅਤ ਹਜੇ ਸੰਭਲੀ ਨਹੀਂ ਹੈ। ਮੈਂ ਆਪਣੀ ਪਤਨੀ ਨੂੰ ਆਵਾਜ਼ ਦਿੱਤੀ ਤਾਂ ਉਹ ਬਾਹਰ ਆ ਗਈ। ਮੇਰੀ ਪਤਨੀ ਉਸ ਆਦਮੀ ਨਾਲ ਚਲੀ ਗਈ। ਮੈਂ ਨਜ਼ਰ ਨਾਲ ਉਹਨਾਂ ਦਾ ਪਿੱਛਾ ਕੀਤਾ। ਪਤਾ ਨਹੀਂ ਕਿਉਂ ਮੈਨੂੰ ਜਲਨ ਹੋ ਰਹੀ ਸੀ। ਮੈਂ ਇਹ ਵੀ ਜਾਣਦਾ ਸੀ ਕਿ ਮੇਰੀ ਪਤਨੀ ਦੀ ਜ਼ਿੰਦਗੀ ਵਿੱਚ ਮੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ। ਕੰਮ 'ਤੇ ਜਾਂਦੇ ਵੇਲੇ ਵੀ ਮੇਰੀ ਸੋਚ ਉਸ ਆਦਮੀ 'ਤੇ ਅਟਕੀ ਹੋਈ ਸੀ ਜੋ ਅਚਾਨਕ ਸਾਡੀ ਜ਼ਿੰਦਗੀ ਵਿੱਚ ਬਿਨ ਬੁਲਾਏ ਦਾਖਲ ਹੋ ਗਿਆ ਸੀ। ਮੈਂ ਕੰਮ ਤੋਂ ਵਾਪਸ ਆ ਗਿਆ ਸੀ, ਪਰ ਮੇਰੀ ਪਤਨੀ ਹਜੇ ਤੱਕ ਨਹੀਂ ਆਈ ਸੀ। ਮੈਂ ਆਪਣੀ ਪਤਨੀ ਨੂੰ ਫ਼ੋਨ ਕੀਤਾ ਕਿ ਕਦੋਂ ਤੱਕ ਆਵੇਂਗੀ, ਤਾਂ ਉਹ ਕਹਿਣ ਲੱਗੀ ਕਿ ਸਵੇਰ ਤੱਕ। ਕਹਿਣ ਲੱਗੀ ਕਿ ਮਰੀਜ਼ ਦੀ ਹਾਲਤ ਖਰਾਬ ਹੈ। ਇਸ ਤੋਂ ਪਹਿਲਾਂ ਮੈਂ ਕੁਝ ਹੋਰ ਪੁੱਛਦਾ, ਉਸਨੇ ਫ਼ੋਨ ਕੱਟ ਦਿੱਤਾ। ਮੇਰੇ ਦਿਮਾਗ ਵਿੱਚ ਕਈ ਸਵਾਲ ਆਉਣ ਲੱਗੇ। ਮੈਂ ਸੋਚ ਲਿਆ ਸੀ ਕਿ ਅਗਲੇ ਦਿਨ ਪਤਨੀ ਨੂੰ ਜਾਣ ਤੋਂ ਮਨ੍ਹਾ ਕਰ ਦੇਵਾਂਗਾ। ਅਗਲੀ ਸਵੇਰ ਉਹ ਘਰ ਵਾਪਸ ਆ ਗਈ ਤੇ ਮੈਂ ਉਸਨੂੰ ਕਿਹਾ ਕਿ ਤੂੰ ਅੱਗੇ ਤੋਂ ਉਸ ਆਦਮੀ ਦੇ ਘਰ ਨਹੀਂ ਜਾਵੇਂਗੀ। ਉਹ ਕਹਿਣ ਲੱਗੀ ਕਿ ਉਸਨੂੰ ਮੇਰੀ ਜ਼ਰੂਰਤ ਹੈ, ਉਸਦੀ ਮਾਂ ਬਿਮਾਰ ਹੈ। ਮੈਂ ਕਿਹਾ ਉਹ ਆਪਣੀ ਮਾਂ ਨੂੰ ਹਸਪਤਾਲ ਵੀ ਤਾਂ ਲਿਆ ਸਕਦਾ ਹੈ, ਪਰ ਮੇਰੀ ਇਸ ਗੱਲ ਦਾ ਜਵਾਬ ਦੇਣ ਦੀ ਬਜਾਏ ਉਹ ਕਹਿਣ ਲੱਗੀ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਕੰਮ ਛੱਡ ਕੇ ਘਰ ਬੈਠ ਜਾਵਾਂ, ਮੇਰੀ ਡਿਗਰੀ ਬੇਕਾਰ ਹੋ ਜਾਵੇ। ਮੈਂ ਕਦੋਂ ਕਿਹਾ ਕਿ ਤੂੰ ਆਪਣੀ ਨੌਕਰੀ ਛੱਡ ਦੇ? ਮੈਂ ਤੈਨੂੰ ਬਸ ਉਸ ਆਦਮੀ ਦੇ ਘਰ ਜਾਣ ਤੋਂ ਮਨ੍ਹਾ ਕਰ ਰਿਹਾ ਹਾਂ। ਮੈਨੂੰ ਤੇਰਾ ਉੱਥੇ ਰੁਕਣਾ ਬਿਲਕੁਲ ਪਸੰਦ ਨਹੀਂ। ਉਹ ਕਹਿਣ ਲੱਗੀ ਕਿ ਤੁਸੀਂ ਮੇਰੇ 'ਤੇ ਸ਼ੱਕ ਕਰ ਰਹੇ ਹੋ। ਮੈਂ ਉਸਨੂੰ ਕਿਹਾ, ਮੈਂ ਤੇਰੇ 'ਤੇ ਨਹੀਂ, ਉਸ ਆਦਮੀ 'ਤੇ ਸ਼ੱਕ ਕਰ ਰਿਹਾ ਹਾਂ। ਮੇਰਾ ਹੁਕਮ ਹੈ ਕਿ ਤੂੰ ਉਸ ਨਾਲ ਨਹੀਂ ਜਾਵੇਂਗੀ। ਉਹ ਚੀਖ ਕੇ ਕਹਿਣ ਲੱਗੀ ਕਿ ਮੇਰੇ 'ਤੇ ਇਸ ਤਰ੍ਹਾਂ ਹੁਕਮ ਨਹੀਂ ਚਲਾ ਸਕਦੇ, ਨਾ ਹੀ ਕਿਤੇ ਆਉਣ ਜਾਣ ਤੋਂ ਰੋਕ ਸਕਦੇ ਹੋ। ਮੈਨੂੰ ਉਸਦੇ ਵਿਵਹਾਰ 'ਚੋਂ ਬਗਾਵਤ ਦੀ ਬੋ ਆ ਰਹੀ ਸੀ। ਮੈਂ ਬਿਨਾਂ ਨਾਸ਼ਤਾ ਕੀਤੇ ਹੀ ਕੰਮ 'ਤੇ ਚਲਿਆ ਗਿਆ। ਮੈਨੂੰ ਲੱਗਿਆ ਕਿ ਉਹ ਮੈਨੂੰ ਨਾਸ਼ਤੇ ਲਈ ਪੁੱਛੇਗੀ, ਪਰ ਅਜਿਹਾ ਕੁਝ ਨਹੀਂ ਹੋਇਆ। ਉਹ ਬਦਲ ਗਈ ਸੀ। ਸਾਡੇ ਵਿੱਚ ਇੱਕ ਅਲੱਗ ਜਿਹਾ ਰਿਸ਼ਤਾ ਬਣ ਚੁੱਕਿਆ ਸੀ। ਮੈਂ ਗੁੱਸੇ ਵਿੱਚ ਘਰੋਂ ਆ ਗਿਆ, ਪਰ ਗੁੱਸੇ ਅਤੇ ਭੁੱਖ ਕਰਕੇ ਕੰਮ 'ਤੇ ਧਿਆਨ ਨਹੀਂ ਦੇ ਪਾ ਰਿਹਾ ਸੀ। ਫਿਰ ਮੈਂ ਇੱਕ ਢਾਬੇ 'ਤੇ ਖਾਣਾ ਖਾਣ ਲਈ ਗਿਆ। ਕੁਝ ਦੇਰ ਉੱਥੇ ਹੀ ਬੈਠ ਗਿਆ ਤੇ ਸਵੇਰੇ ਹੋਏ ਝਗੜੇ ਬਾਰੇ ਸੋਚਣ ਲੱਗਿਆ ਕਿ ਮੇਰੀ ਪਤਨੀ ਨੇ ਉਸ ਆਦਮੀ ਲਈ ਮੇਰੇ ਨਾਲ ਝਗੜਾ ਕਰਨਾ, ਬਿਨਾਂ ਝਿਜਕ ਦੇ ਉਸ ਦੇ ਨਾਲ ਚਲੇ ਜਾਣਾ ਤੇ ਉਸ ਦੇ ਘਰ ਰੁਕਣਾ, ਇਹ ਸਭ ਇੱਕ ਹੀ ਦਿਨ ਵਿੱਚ ਨਹੀਂ ਹੋਇਆ ਸੀ। ਜ਼ਰੂਰ ਉਹ ਵਿਆਹ ਤੋਂ ਪਹਿਲਾਂ ਵੀ ਮੇਰੀ ਪਤਨੀ ਨੂੰ ਜਾਣਦਾ ਹੋਵੇਗਾ। ਹੋ ਸਕਦਾ ਹੈ ਉਹ ਮਾਂ ਦੀ ਬਿਮਾਰੀ ਦਾ ਬਹਾਨਾ ਕਰਕੇ ਮੇਰੀ ਪਤਨੀ ਨੂੰ ਲੈ ਜਾਂਦਾ ਹੋਵੇ। ਪਤਾ ਨਹੀਂ ਦੋਨਾਂ ਵਿੱਚ ਕਿਹੋ ਜਿਹਾ ਰਿਸ਼ਤਾ ਹੋਵੇਗਾ। ਮੇਰੀ ਪਤਨੀ ਉਸ ਦੇ ਘਰ ਜਾਣ ਲਈ ਇੰਨਾ ਉਛਲ ਰਹੀ ਸੀ, ਇਹ ਸੋਚ ਕੇ ਮੈਨੂੰ ਅੱਗ ਲੱਗ ਰਹੀ ਸੀ। ਮੈਂ ਥੱਕ ਹਾਰ ਕੇ ਘਰ ਆਇਆ ਤਾਂ ਮੈਂ ਖਾਮੋਸ਼ੀ ਨਾਲ ਅੰਦਰ ਆਇਆ। ਮੇਰੀ ਪਤਨੀ ਫ਼ੋਨ 'ਤੇ ਕਹਿ ਰਹੀ ਸੀ ਕਿ ਦਵਾਈ ਸਮੇਂ 'ਤੇ ਦਿੰਦੇ ਰਹਿਣਾ। ਹੁਣ ਮੇਰਾ ਘਰੋਂ ਨਿਕਲਣਾ ਸ਼ਾਇਦ ਮੁਸ਼ਕਿਲ ਹੋਵੇ, ਕਿਉਂਕਿ ਮੇਰੇ ਪਤਨੀ ਨੂੰ ਪਸੰਦ ਨਹੀਂ ਕਿ ਮੈਂ ਤੇਰੇ ਘਰ ਆਵਾਂ। ਜੇ ਹਾਲਾਤ ਜ਼ਿਆਦਾ ਖਰਾਬ ਹੋਣ ਤਾਂ ਆਪਣਾ ਆਖਰੀ ਕਦਮ ਉਠਾਉਣਾ ਪਵੇਗਾ। ਮੈਨੂੰ ਉਸ ਦੀ ਫਿਕਰ ਨਹੀਂ ਹੈ। ਮੈਂ ਰਸੋਈ ਵਿੱਚ ਆ ਗਿਆ ਤੇ ਜਾਣ-ਬੁੱਝ ਕੇ ਬਰਤਨਾਂ ਦੀ ਆਵਾਜ਼ ਕੀਤੀ। ਉਹ ਡਰ ਕੇ ਬੋਲੀ ਕਿ ਕੌਣ ਹੈ ਤੇ ਇੱਕ ਗੁਲਦਸਤਾ ਫੜੇ ਰਸੋਈ ਵੱਲ ਆ ਗਈ। ਮੈਨੂੰ ਦੇਖ ਕੇ ਕਹਿਣ ਲੱਗੀ ਕਿ ਬੈਲ ਨਹੀਂ ਮਾਰ ਸਕਦੇ ਸੀ। ਮੈਂ ਕਿਹਾ, ਅਜਿਹਾ ਕੀ ਕਰ ਰਹੀ ਸੀ ਜੋ ਇੰਨਾ ਡਰ ਗਈ? ਗੁਲਦਸਤੇ ਨਾਲ ਕਤਲ ਕਰਨ ਦਾ ਇਰਾਦਾ ਹੈ। ਕਤਲ ਦਾ ਨਾਮ ਸੁਣ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਖੈਰ, ਮੈਂ ਕੱਪੜੇ ਬਦਲੇ ਤੇ ਸੋਚਣ ਲੱਗਿਆ ਕਿ ਉਹ ਕਿਸ ਆਖਰੀ ਕੰਮ ਬਾਰੇ ਗੱਲ ਕਰ ਰਹੀ ਸੀ। ਕਿਤੇ ਉਸਦਾ ਘਰੋਂ ਭੱਜਣ ਦਾ ਇਰਾਦਾ ਤਾਂ ਨਹੀਂ? ਜੇ ਉਹ ਭੱਜ ਗਈ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ। ਸਮਾਜ ਵਿੱਚ ਮੇਰੀ ਕੀ ਇੱਜ਼ਤ ਰਹਿ ਜਾਵੇਗੀ? ਮੈਨੂੰ ਜਲਦੀ ਕੁਝ ਕਰਨਾ ਹੋਵੇਗਾ। ਅਗਲੀ ਸਵੇਰ ਉਹ ਫਿਰ ਉਸ ਆਦਮੀ ਨਾਲ ਚਲੀ ਗਈ। ਮੈਂ ਸਬਰ ਦਾ ਕੌੜਾ ਘੁੱਟ ਪੀ ਲਿਆ, ਕਿਉਂਕਿ ਜੇ ਝਗੜਾ ਕਰਦਾ ਤਾਂ ਸਮਾਜ ਵਿੱਚ ਸਾਡੇ ਰਿਸ਼ਤੇ ਦਾ ਤਮਾਸ਼ਾ ਬਣ ਜਾਣਾ ਸੀ। ਮੈਂ ਸੋਚ ਰਿਹਾ ਸੀ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਵਿੱਚ ਸਕੂਨ ਸੀ। ਪਹਿਲਾਂ ਤਾਂ ਉਹ ਅਜਿਹੀ ਨਹੀਂ ਸੀ, ਜਾਂ ਫਿਰ ਚੰਗਾ ਬਣਨ ਦਾ ਡਰਾਮਾ ਕਰ ਰਹੀ ਸੀ। ਕਾਸ਼ ਮੈਂ ਉਸ ਨਾਲ ਵਿਆਹ ਹੀ ਨਾ ਕਰਵਾਇਆ ਹੁੰਦਾ। ਮੇਰਾ ਸਿਰ ਦਰਦ ਨਾਲ ਫਟਿਆ ਜਾ ਰਿਹਾ ਸੀ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਉਸ ਦਾ ਗਲਾ ਦਬਾ ਦੇਵਾਂ।
ਉਸਨੂੰ ਮੇਰੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਸੀ। ਮੈਂ ਤਾਂ ਉਸਦੀ ਹਰ ਖੁਸ਼ੀ ਦਾ ਧਿਆਨ ਰੱਖਦਾ ਸੀ, ਉਸਨੂੰ ਕੰਮ ਕਰਨ ਦੀ ਆਜ਼ਾਦੀ ਵੀ ਦਿੱਤੀ, ਪਰ ਉਹ ਮੇਰੀਆਂ ਹੀ ਅੱਖਾਂ ਵਿੱਚ ਘੱਟਾ ਪਾ ਰਹੀ ਸੀ। ਮੈਂ ਸੋਚ ਕੇ ਪਰੇਸ਼ਾਨ ਹੋ ਗਿਆ ਸੀ। ਮੇਰਾ ਦਮ ਘੁੱਟਣ ਲੱਗਿਆ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਇਸ ਤਰ੍ਹਾਂ ਹੀ ਚੱਲਦਾ ਰਿਹਾ। ਸਾਡਾ ਸਬੰਧ ਬਹੁਤ ਖਰਾਬ ਹੋ ਚੁੱਕਿਆ ਸੀ। ਅਸੀਂ ਇੱਕ ਦੂਜੇ ਨੂੰ ਦੇਖਣਾ ਵੀ ਚੰਗਾ ਨਹੀਂ ਸਮਝਦੇ ਸੀ। ਫਿਰ ਮੈਨੂੰ ਇੱਕ ਦਿਨ ਪਤਾ ਚੱਲਿਆ ਕਿ ਉਸ ਆਦਮੀ ਦੀ ਮਾਂ ਨੂੰ ਤਾਂ ਮਰੇ ਹੋਏ 5 ਸਾਲ ਹੋ ਗਏ ਹਨ। ਮੈਂ ਹੈਰਾਨ ਰਹਿ ਗਿਆ ਸੀ। ਹੁਣ ਮੇਰਾ ਦਿਮਾਗ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਸੀ। ਘਰ ਆਇਆ ਤਾਂ ਪਤਨੀ ਤਿਆਰ ਹੋ ਰਹੀ ਸੀ। ਮੈਨੂੰ ਲੱਗਿਆ ਉਹ ਘਰੋਂ ਭੱਜਣ ਦੀ ਤਿਆਰੀ ਕਰ ਰਹੀ ਹੈ। ਫਿਰ ਉਹ ਉਸ ਆਦਮੀ ਨਾਲ ਚਲੀ ਗਈ। ਮੈਂ ਉਹਨਾਂ ਦਾ ਪਿੱਛਾ ਕੀਤਾ। ਉਹ ਇੱਕ ਮਕਾਨ ਵਿੱਚ ਪਹੁੰਚੇ। ਮੈਂ ਵੀ ਹੌਲੀ-ਹੌਲੀ ਉਹਨਾਂ ਦੇ ਪਿੱਛੇ ਹੀ ਅੰਦਰ ਗਿਆ। ਉੱਥੇ ਬਿਸਤਰੇ 'ਤੇ ਇੱਕ ਔਰਤ ਬੇਸੁੱਧ ਹੋਈ ਪਈ ਸੀ। ਮੇਰੀ ਪਤਨੀ ਉਸਨੂੰ ਇੰਜੈਕਸ਼ਨ ਲਗਾ ਰਹੀ ਸੀ। ਫਿਰ ਉਹ ਦੋਨੋਂ ਇੱਕ ਕੋਨੇ ਵਿੱਚ ਗੱਲਾਂ ਕਰਨ ਲੱਗੇ। ਉਹ ਆਦਮੀ ਕਹਿ ਰਿਹਾ ਸੀ ਕਿ ਦੀਦੀ ਇੰਜੈਕਸ਼ਨ ਤਾਂ ਲਗਾ ਦਿੱਤਾ, ਕੀ ਹੁਣੇ ਮਰ ਜਾਵੇਗੀ? ਮੈਂ ਉਸਨੂੰ ਕਦੋਂ ਦਾ ਝੱਲ ਰਿਹਾ ਹਾਂ। ਇਹ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਪਰ ਉਹ ਮੇਰੀ ਪਤਨੀ ਨੂੰ ਦੀਦੀ ਕਿਉਂ ਕਹਿ ਰਿਹਾ ਸੀ? ਹਾਂ, ਇਹ ਮਰ ਜਾਵੇਗੀ। ਦਵਾਈ ਨੇ ਅਸਰ ਸ਼ੁਰੂ ਕਰ ਦਿੱਤਾ ਹੈ। ਫਿਰ ਉਸਦੀ ਸਾਰੀ ਜਾਇਦਾਦ ਤੇਰੇ ਤੇ ਮੇਰੇ ਹਿੱਸੇ ਆ ਜਾਵੇਗੀ, ਮੇਰੀ ਪਤਨੀ ਕਹਿ ਰਹੀ ਸੀ। ਇਸ ਤੋਂ ਪਹਿਲਾਂ ਕਿ ਗੱਲ ਹੱਥੋਂ ਨਿਕਲ ਜਾਂਦੀ, ਮੈਂ ਪੁਲਿਸ ਨੂੰ ਫੋਨ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਪੁਲਿਸ ਪਹੁੰਚ ਗਈ। ਪੁਲਿਸ ਦੇਖ ਕੇ ਉਹਨਾਂ ਦਾ ਰੰਗ ਉੱਡ ਗਿਆ। ਮੈਂ ਉਸ ਆਦਮੀ ਨੂੰ ਥੱਪੜ ਮਾਰ ਕੇ ਉਸਦੀ ਸੱਚਾਈ ਪੁੱਛੀ। ਉਹ ਕਹਿਣ ਲੱਗਾ ਕਿ ਤੇਰੀ ਪਤਨੀ ਮੇਰੀ ਭੈਣ ਹੈ। ਮੇਰੇ ਘਰਦਿਆਂ ਨੇ ਮੇਰੀਆਂ ਗਲਤ ਆਦਤਾਂ ਕਰਕੇ ਮੈਨੂੰ ਬੇਦਖਲ ਕਰ ਦਿੱਤਾ ਸੀ, ਇਸ ਲਈ ਤੁਹਾਡੇ ਵਿਆਹ ਸਮੇਂ ਮੇਰਾ ਜ਼ਿਕਰ ਵੀ ਨਹੀਂ ਕੀਤਾ, ਕਿਉਂਕਿ ਮੈਂ ਉਹਨਾਂ ਲਈ ਮਰ ਚੁੱਕਿਆ ਸੀ। ਘਰੋਂ ਕੱਢੇ ਜਾਣ ਤੋਂ ਬਾਅਦ ਮੈਂ ਇਸ ਕੁੜੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ। ਕਿਉਂਕਿ ਮੇਰੇ ਕੋਲ ਤਾਂ ਕੁਝ ਨਹੀਂ ਸੀ, ਮੈਂ ਉਸ ਨਾਲ ਵਿਆਹ ਕਰਵਾ ਲਿਆ। ਉਸ ਦੇ ਅੱਗੇ ਪਿੱਛੇ ਵੀ ਕੋਈ ਨਹੀਂ ਸੀ। ਫਿਰ ਮੈਂ ਇੱਕ ਦਿਨ ਦੀਦੀ ਨੂੰ ਮਿਲਣ ਹਸਪਤਾਲ ਗਿਆ। ਦੀਦੀ ਮੇਰਾ ਬਹੁਤ ਕਰਦੀ ਸੀ, ਇਸ ਲਈ ਉਹ ਮੇਰੀ ਮਦਦ ਕਰਨ ਲਈ ਤਿਆਰ ਹੋ ਗਈ। ਅਸੀਂ ਇਸ ਨੂੰ ਹੌਲੀ-ਹੌਲੀ ਮੌਤ ਦੇ ਕਰੀਬ ਲਿਜਾ ਰਹੇ ਸੀ। ਉਹਨਾਂ ਦੋਨਾਂ ਭੈਣ ਭਰਾਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਹਨਾਂ ਨੂੰ ਸਜ਼ਾ ਹੋ ਗਈ। ਜਿਸ ਕੁੜੀ ਨੂੰ ਮੇਰੀ ਪਤਨੀ ਤੇ ਉਸਦਾ ਭਰਾ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਬਚ ਤਾਂ ਗਈ ਸੀ, ਪਰ ਉਸਦੇ ਗੁਰਦਿਆਂ 'ਤੇ ਬਹੁਤ ਬੁਰਾ ਅਸਰ ਪਿਆ ਸੀ। ਸਮਾਂ ਬੀਤ ਗਿਆ ਤੇ ਨਾਰਮਲ ਹੋਣ ਤੋਂ ਬਾਅਦ ਮੈਂ ਵੀ ਦੂਜਾ ਵਿਆਹ ਕਰਵਾ ਲਿਆ। ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਮੇਰੀ ਪਤਨੀ ਨੇਕ ਦਿਲ ਔਰਤ ਹੈ। ਮੈਂ ਜ਼ਿੰਦਗੀ ਤੋਂ ਇੱਕ ਗੱਲ ਸਿੱਖੀ ਕਿ ਲਾਲਚ ਇਨਸਾਨ ਨੂੰ ਅੰਨਾ ਕਰ ਦਿੰਦਾ ਹੈ। ਇਸ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ। ਜੇ ਮੇਰੀ ਪਤਨੀ ਤੇ ਉਸਦਾ ਭਰਾ ਲਾਲਚ ਨਾ ਕਰਦੇ ਤਾਂ ਇੱਕ ਵਧੀਆ ਜ਼ਿੰਦਗੀ ਗੁਜ਼ਾਰ ਸਕਦੇ ਸੀ, ਪਰ ਆਪਣੇ ਲਾਲਚ ਕਰਕੇ ਉਹਨਾਂ ਨੇ ਉਹ ਵੀ ਗਵਾ ਲਿਆ ਜੋ ਉਹਨਾਂ ਕੋਲ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।